हेलो एवरीवन वेलकम टू कैरियर क्वेस्ट होपफुली ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਦਾ ਜੋ ਸਾਡਾ ਲੈਕਚਰ ਰਹੇਗਾ ਉਹ ਮਾਡਰਨ ਹਿਸਟਰੀ ਦਾ ਲਾਸਟ ਲੈਕਚਰ ਰਹੇਗਾ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਐਟ ਦ ਐਂਡ ਇੰਨੇ ਸਟਰਗਲ ਕਰਨ ਤੋਂ ਬਾਅਦ ਇੰਨੀਆਂ ਮੂਵਮੈਂਟਸ ਚੱਲਣ ਤੋਂ ਬਾਅਦ ਸਾਡੇ ਦੇਸ਼ ਨੂੰ ਜੋ ਆਜ਼ਾਦੀ ਮਿਲੀ ਸੀ ਉਹ ਲਾਸਟ ਦੇ ਵਿੱਚ ਕਦੋਂ ਮਿਲੀ ਸੀ ਕਿਵੇਂ ਮਿਲੀ ਸੀ ਕਿਹੜਾ ਐਕਟ ਆਇਆ ਸੀ ਕਿਹੜਾ ਮੂਵਮੈਂਟ ਆਇਆ ਸੀ ਕਿਹੜਾ ਪਲਾਨ ਆਇਆ ਸੀ ਸੋ ਉਸ ਚੀਜ਼ ਨੂੰ ਆਪਾਂ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਕੈਬਨਿਟ ਮਿਸ਼ਨ ਪਲਾਨ ਦੇ ਨਾਲ ਸੋ ਮੈਂ ਕੱਲ ਦੱਸਿਆ ਸੀ ਕਿ 1946 ਦੇ ਵਿੱਚ ਇੰਡੀਆ ਦੇ ਵਿੱਚ ਕੈਬਨਿਟ ਮਿਸ਼ਨ ਪਲਾਨ ਆਏਗਾ ਸੋ 1945 ਦੇ ਵਿੱਚ 1939 ਤੋਂ ਲੈ ਕੇ 1945 ਤੱਕ ਵਰਲਡ ਵਾਰ ਸੈਕੰਡ ਚੱਲੀ ਹੈ ਤੇ ਉਸ ਵਰਲਡ ਵਾਰ ਸੈਕੰਡ ਵਿਸ਼ਵ ਯੁੱਧ ਸੈਕੰਡ ਦੇ ਵਿੱਚ ਇੰਡੀਅਨਸ ਨੂੰ ਪਾਰਟਿਸਿਪੇਟ ਕਰਵਾਉਣ ਦੇ ਲਈ ਬ੍ਰਿਟਿਸ਼ਰਸ ਦੇ ਵੱਲੋਂ ਬਹੁਤ ਸਾਰੇ ਲਾਲਚ ਇੰਡੀਅਨਸ ਨੂੰ ਦਿੱਤੇ ਗਏ ਜਿਵੇਂ ਅਗਸਤ ਆਫਰ ਦਿੱਤਾ ਗਿਆ ਕ੍ਰਿਪਸ ਮਿਸ਼ਨ ਲੈ ਕੇ ਆਏ ਸੀ 1942 ਦੇ ਵਿੱਚ ਅਗਸਤ ਆਫਰ 1940 ਦੇ ਵਿੱਚ ਦਿੱਤਾ ਗਿਆ ਸੋ ਇਸ ਤਰੀਕੇ ਦੇ ਨਾਲ ਕੁਝ ਲਾਲਚ ਦਿੱਤੇ ਗਏ ਜਿਸ ਦੇ ਰਿਸਪੌਂਸ ਦੇ ਵਿੱਚ ਇੰਡੀਅਨਸ ਨੇ ਕਦੇ ਇੰਡੀਵਿਜੂਅਲ ਸੱਤਿਆਗ੍ਰਹਿ ਕੀਤਾ ਕਦੇ ਕੁਇਟ ਇੰਡੀਆ ਮੂਵਮੈਂਟ ਕੀਤੀ ਸੋ ਕੁਇਟ ਇੰਡੀਆ ਮੂਵਮੈਂਟ ਵਾਸ ਅ ਲਾਸਟ ਫਰੀडम ਮੂਵਮੈਂਟ ਸਟਾਰਟ ਕੀਤੀ ਗਈ ਸੀ ਇੰਡੀਆ ਨੂੰ ਸਟਰਗਲ ਇੰਡੀਆ ਨੂੰ ਆਜ਼ਾਦ ਕਰਵਾਉਣ ਦੇ ਲਈ ਉਸ ਤੋਂ ਬਾਅਦ ਇੰਡੀਅਨਸ ਨੇ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ ਐਟ ਦ ਐਂਡ ਕੀ ਹੁੰਦਾ ਹੈ ਵਰਲਡ ਵਾਰ ਸੈਕੰਡ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਲਾਸ ਹੋ ਜਾਂਦਾ ਹੈ ਬ੍ਰਿਟਿਸ਼ ਸਰਕਾਰ ਨੂੰ ਤੇ ਉੱਥੇ ਪਾਰਟੀ ਕਿਹੜੀ ਪਾਰਟੀ ਦਾ ਪ੍ਰਾਈਮ ਮਿਨਿਸਟਰ ਆਉਂਦਾ ਹੈ ਲੇਬਰ ਪਾਰਟੀ ਜਿੱਤਦੀ ਹੈ ਕਲਾਈਮੇਟ ਐਟਲੀ ਤੇ ਕਲਾਈਮੇਟ ਐਟਲੀ ਇਹ ਡਿਸੀਜਨ ਲੈਂਦਾ ਹੈ ਕਿ ਹੁਣ ਸਾਡੇ ਕੋਲ ਇੰਨਾ ਪੈਸਾ ਜਾਂ ਇੰਨੀ ਨਹੀਂ ਹੈ ਕਿ ਅਸੀਂ ਰਿਕਵਰ ਕਰ ਸਕੀਏ ਸੋ ਦੈਟਸ ਵਾਈ ਲਾਸਟ ਡਿਸੀਜਨ ਉਹਦੇ ਵੱਲੋਂ ਲਿਆ ਜਾਂਦਾ ਹੈ ਕਿ ਇੰਡੀਅਨਸ ਨੂੰ ਉਹਨਾਂ ਦੀ ਪਾਵਰ ਹੈਂਡਓਵਰ ਕਰੋ ਤੇ ਵਾਪਿਸ ਇੰਗਲੈਂਡ ਆਓ ਸੋ ਉਸ ਦੇ ਲਈ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਭੇਜਿਆ ਜਾਂਦਾ ਹੈ ਕੈਬਨਿਟ ਮਿਸ਼ਨ ਸੋ ਕੈਬਨਿਟ ਮਿਸ਼ਨ 1946 ਦੇ ਵਿੱਚ ਇੰਡੀਆ ਦੇ ਵਿੱਚ ਆਉਂਦਾ ਹੈ ਤੇ ਕੈਬਨਿਟ ਮਿਸ਼ਨ ਇੰਡੀਆ ਦੇ ਵਿੱਚ ਕਿਸ ਚੀਜ਼ ਦੇ ਲਈ ਆਉਂਦਾ ਹੈ ਇੰਡੀਆ ਦੇ ਲਈ ਕਨਸਟੀਟਿਊਟ ਅਸੈਂਬਲੀ ਬਣਾਉਣ ਦੇ ਲਈ ਸੋ ਇਸ ਕੈਬਨਿਟ ਮਿਸ਼ਨ ਦੇ ਅੰਡਰ ਇੰਡੀਆ ਦੇ ਲਈ ਇੱਕ ਕਨਸਟੀਟਿਊਟ ਅਸੈਂਬਲੀ ਬਣਾਈ ਗਈ ਸੀ ਜੋ ਸਾਡੇ ਆਉਣ ਵਾਲੇ ਫਿਊਚਰ ਦੇ ਲਈ ਇੰਡੀਆ ਦੇ ਲਈ ਕਨਸਟੀਟਿਊਸ਼ਨ ਇੱਕ ਸੰਵਿਧਾਨ ਇੱਕ ਰੂਲ ਬੁੱਕ ਪ੍ਰਪੇਅਰ ਕਰ ਸਕੇ ਤਿਆਰ ਕਰ ਸਕੇ ਜਿਸ ਦੇ ਨਾਲ ਅੱਗੇ ਦੇਸ਼ ਨੂੰ ਕੀ ਚਲਾਇਆ ਜਾ ਸਕੇ ਸੋ ਸਟਾਰਟ ਕਰਦੇ ਆਪਾਂ ਆਪਣੇ ਕੈਬਨਿਟ ਮਿਸ਼ਨ ਪਲਾਨ ਦੇ ਨਾਲ ਕਿ ਕੈਬਨਿਟ ਮਿਸ਼ਨ ਪਲਾਨ ਇੰਡੀਆ ਦੇ ਵਿੱਚ 1946 ਦੇ ਵਿੱਚ ਆਉਂਦਾ ਹੈ ਕਿਹੜੇ ਕਿਹੜੇ ਮੈਂਬਰ ਸੀ ਇੱਕ ਲਾਰੈਂਸ ਸੀ ਇੱਕ ਅਲੈਗਜ਼ੈਂਡਰ ਸੀ ਤੇ ਇੱਕ ਸਟ੍ਰੈਫੋਰਡ ਕ੍ਰਿਪਸ ਸੀ ਇਹ ਤਿੰਨ ਮੈਂਬਰਾਂ ਦੀ ਇੱਕ ਕਮੇਟੀ ਇੱਕ ਮਿਸ਼ਨ ਇੰਡੀਆ ਦੇ ਵਿੱਚ ਭੇਜਿਆ ਜਾਂਦਾ ਹੈ ਜਿਸ ਦਾ ਨਾਮ ਰੱਖਿਆ ਜਾਂਦਾ ਹੈ ਕੈਬਨਿਟ ਮਿਸ਼ਨ ਸੋ ਗੱਲ ਕਰਦੇ ਹਾਂ ਕੈਬਨਿਟ ਮਿਸ਼ਨ ਦੀ ਕਹਿੰਦੇ ਕੈਬਨਿਟ ਮਿਸ਼ਨ ਵਾਸ ਹਾਈ ਪਾਵਰਡ ਮਿਸ਼ਨ sent in February 1946 to India with Attlee government ਕਹਿੰਦੇ ਇੱਕ ਹਾਈ ਮਿਸ਼ਨ ਸੀ ਜੋ ਇੰਡੀਆ ਦੇ ਵਿੱਚ ਫੈਬਰੂਰੀ 1946 ਦੇ ਵਿੱਚ ਭੇਜਿਆ ਗਿਆ ਸੀ ਇਸ ਮਿਸ਼ਨ ਦੇ ਜਿਹੜੇ ਮੈਂਬਰ ਸਨ ਇੱਕ ਤਾਂ ਸੀ ਜੀ ਪੈਥਿਕ ਲਾਰੈਂਸ ਇਹ ਨਾਮ ਯਾਦ ਰੱਖਣੇ ਨੇ ਪੈਥਿਕ ਲਾਰੈਂਸ ਸਟੈਫਰਡ ਕ੍ਰਿਪਸ ਐਂਡ ਏਵੀ ਅਲੈਗਜ਼ੈਂਡਰ ਸੋ ਤਿੰਨ ਮੈਂਬਰ ਦਾ ਇਹ ਮਿਸ਼ਨ ਸੀ ਪੈਥਿਕ ਲਾਰੈਂਸ ਸਨ ਕ੍ਰਿਪਸ ਸੀ ਤਿੰਨ ਪੈਥਿਕ ਸਾਡੇ ਅਲੈਗਜ਼ੈਂਡਰ ਸਨ ਦ ਕੈਬਨਿਟ ਮਿਸ਼ਨ aims was to discuss the transfer of power from British to Indian leadership ਇਹਦਾ ਜੋ ਮਿਸ਼ਨ ਸੀ ਇਹ ਇੰਡੀਆ ਦੇ ਵਿੱਚ ਆਇਆ ਕੀ ਕਰਨ ਸੀ ਜੋ ਬ੍ਰਿਟਿਸ਼ਰਸ ਕੋਲ ਪਾਵਰ ਸੀ ਉਸ ਨੂੰ ਇੰਡੀਆ ਦੇ ਹੱਥਾਂ ਦੇ ਵਿੱਚ ਦੇਣ ਦੇ ਲਈ ਜੋ ਕੈਬਨਿਟ ਮਿਸ਼ਨ ਹੈ ਉਹ ਇੰਡੀਆ ਦੇ ਵਿੱਚ ਆਇਆ ਸੀ ਸੋ ਜਸਟ ਵੇਟ ਓਕੇ ਆਬਜੈਕਟਿਵਸ ਆਫ ਕੈਬਨਿਟ ਮਿਸ਼ਨ ਹੁਣ ਉਦੇਸ਼ ਕੀ ਸਨ ਜਿਵੇਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਕੈਬਨਿਟ ਮਿਸ਼ਨ ਪਲਾਨ ਜੋ ਇੰਡੀਆ ਦੇ ਵਿੱਚ ਆਇਆ ਸੀ ਉਹ ਇੰਡੀਅਨਸ ਦੀ ਪਾਵਰ ਇੰਡੀਅਨਸ ਨੂੰ ਹੈਂਡ ਓਵਰ ਕਰਨ ਦੇ ਲਈ ਆਇਆ ਸੀ ਇਹ ਜੋ ਇੰਡੀਆ ਦੇ ਵਿੱਚ ਕਨਸਟੀਟਿਊਟ ਅਸੈਂਬਲੀ ਬਣਾਈ ਗਈ ਸੀ ਉਹ ਕੈਬਨਿਟ ਮਿਸ਼ਨ ਦੇ ਹੀ ਅੰਡਰ ਬਣਾਈ ਗਈ ਸੀ ਸੋ ਇਸ ਦੇ ਉਦੇਸ਼ ਦੇਖੀਏ ਇਹੀ ਸਿੰਪਲੀ ਉਦੇਸ਼ ਸਨ to obtain an agreement with Indian leaders as to framing of constitution for India ਪਹਿਲਾ ਉਹਨਾਂ ਦਾ ਆਬਜੈਕਟਿਵ ਸੀ ਕਿ ਇੰਡੀਆ ਦੇ ਲਈ ਪਹਿਲਾ ਉਦੇਸ਼ ਕੀ ਸੀ ਕਿ ਇੰਡੀਆ ਦੇ ਲਈ ਇੱਕ ਕਨਸਟੀਟਿਊਸ਼ਨ ਇੱਕ ਸੰਵਿਧਾਨ ਤਿਆਰ ਕਰਨਾ ਹੈ ਜਿਸ ਨਾਲ ਫਰਦਰ ਇੰਡੀਆ ਨੂੰ ਰਨ ਕੀਤਾ ਜਾ ਸਕੇ ਟੂ ਫਾਰਮੂਲੇਟ ਅ ਕਨਸਟੀਟਿਊਸ਼ਨ ਮੇਕਿੰਗ ਬਾਡੀ ਉਸ ਤੋਂ ਪਹਿਲਾਂ ਕਨਸਟੀਟਿਊਸ਼ਨ ਬਣਾਉਣ ਤੋਂ ਪਹਿਲਾਂ ਇਸ ਕਨਸਟੀਟਿਊਸ਼ਨ ਨੂੰ ਤਿਆਰ ਕਰਨ ਤੋਂ ਪਹਿਲਾਂ ਇੱਕ ਕਨਸਟੀਟਿਊਟ ਅਸੈਂਬਲੀ ਬਣਾਈ ਜਾਏਗੀ ਮੈਂਬਰਸ ਐਡ ਕੀਤੇ ਜਾਣਗੇ ਜਿਨ੍ਹਾਂ ਦੇ ਦੁਆਰਾ ਉਹ ਕਨਸਟੀਟਿਊਸ਼ਨ ਲਿਖਿਆ ਜਾਏਗਾ to establish an executive council with the support of major Indian parties so cabinet mission ਦੇ ਅੰਡਰ ਜੋ ਕੈਬਨਿਟ ਸਾਡੀ ਕਨਸਟੀਟਿਊਟ ਅਸੈਂਬਲੀ ਸੀ ਉਹ ਬਣਾਈ ਗਈ ਸੀ
नेक्स्ट गल करिए, कैबिनेट मिशन प्रपोज द फॉर्मेशन ऑफ यूनियन ऑफ इंडिया कंप्राइजिंग बोथ ब्रिटिश इंडिया एंड प्रिंसली स्टेट। कहते जो कैबिनेट मिशन सी उसने की प्रपोज किया सी कि एक यूनियन इंडिया बनाया जाएगा जिस दे विच प्रिंसली स्टेट्स ते एज वेल एज जो ब्रिटिश प्रोविंसेस ने उन्होंने जोड़ के एक यूनाइट इंडिया बनाया जाएगा, कैबिनेट मिशन ने कहा सी। The union would remain charge of only foreign affairs। कहते जो सेंटर है उहदे कोल फॉरेन अफेयर दे चार्जेस होंगे, डिफेंस, कम्युनिकेशन, लीविंग रेसिड्यूरी पावर टू बी वेस्टेड इन प्रोविंसेस। उन्होंने भी वही गलती करी कैबिनेट मिशन ने भी, वो भी कहता सी कि जिहड़ियां मेन पावर्स ने ਉਹ ਕਿਹਦੇ ਕੋਲ ਸੈਂਟਰ ਕੋਲ ਹੋਣਗੇ, ਬਟ ਜਿਹੜੀ ਰੈਸੀਡਿਊਰੀ ਪਾਵਰ ਹੈ ਕਹਿੰਦੇ ਪ੍ਰੋਵਿੰਸਸ ਨੂੰ ਦਿੱਤੀ ਜਾਏਗੀ ਜੋ ਕਿ ਅੱਜ ਕੱਲ ਸੈਂਟਰ ਕੋਲ ਹੀ ਹੈ। ਕਹਿੰਦੇ ਪ੍ਰਪੋਜ਼ਲ ਵਾਸ ਇਨਵੈਬਿਸੀਜ਼ਡ ਫॉर द ਸੈਟਿੰਗ ਅਪ ਔਨ द ਇੰਟਰਿਮ ਗਵਰਨਮੈਂਟ ਵਿਚ ਵੁੱਡ ਬੀ ਰਿਮੇਨ ਇਨ ਆਫਿਸ ਟਿਲ ਨਿਊ ਗਵਰਨਮੈਂਟ। ਸੋ ਇੱਥੇ ਇੰਟਰਿਮ ਗਵਰਨਮੈਂਟ ਦੀ ਗੱਲ ਕੀਤੀ ਗਈ ਸੀ ਕੈਬਨਿਟ ਮਿਸ਼ਨ ਦੇ ਵਿੱਚ। ਤੇ ਬੋਥ ਮੁਸਲਿਮ ਲੀਗ ਐਂਡ ਕਾਂਗਰਸ ਇਨੀਸ਼ੀਅਲੀ ਐਕਸੈਪਟਡ ਦ ਪਲਾਨ। ਕਹਿੰਦੇ ਇਨੀਸ਼ੀਅਲੀ ਸ਼ੁਰੂਆਤ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ ਨੇ ਕੈਬਨਿਟ ਮਿਸ਼ਨ ਦਾ ਜੋ ਪ੍ਰਪੋਜ਼ਲ ਸੀ ਉਸ ਨੂੰ ਐਕਸੈਪਟ ਕੀਤਾ, but leaders withdraw its acceptance over the disagreement about the interpretation of clauses। ਕਹਿੰਦੇ ਕੁਝ clauses ਕਰਕੇ ਜਿਵੇਂ provinces ਨੂੰ residuary power ਦਿੱਤੀ ਜਾਏਗੀ, ਸੋ ਕੁਝ ਮਾਈਨਰ ਜੇ clauses ਕਰਕੇ ਪਹਿਲਾਂ ਤਾਂ ਇਸ ਦੇਖੋ ਇਸ ਪ੍ਰਪੋਜ਼ਲ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ ਵੱਲੋਂ ਐਕਸੈਪਟ ਕਰ ਲਿਆ ਗਿਆ ਸੀ, ਬਟ ਡਿਊ ਟੂ ਸਮ clauses ਇਹਨਾਂ ਦੋਨੋਂ ਪਾਰਟੀਆਂ ਨੇ ਇਸ ਨੂੰ ਕੀ ਕਰਤਾ ਸੀ, ਰਿਜੈਕਟ ਕਰਤਾ ਸੀ, ਰਿਫਿਊਜ਼ ਕਰਤਾ ਸੀ ਜੋ ਸਾਡਾ ਕੈਬਨਿਟ ਮਿਸ਼ਨ ਹੈ। ਸੋ ਫਿਰ ਇਲੈਕਸ਼ਨਸ ਹੁੰਦੀਆਂ 1946 ਦੇ ਵਿੱਚ ਉਸ ਕਨਸਟੀਟਿਊਟ ਅਸੈਂਬਲੀ ਨੂੰ ਬਣਾਉਣ ਦੇ ਲਈ। ਸਭ ਨੂੰ ਪਤਾ ਹੋਣਾ ਚਾਹੀਦਾ ਕਿ ਕਨਸਟੀਟਿਊਟ ਅਸੈਂਬਲੀ ਨੂੰ ਬਣਾਉਣ ਦੇ ਲਈ ਇਲੈਕਸ਼ਨਸ ਹੁੰਦੀਆਂ ਨੇ ਜਿਸ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਕਾਫੀ ਸੀਟਸ ਨੂੰ ਸਿਕਿਉਰ ਕਰਦੀ ਹੈ, ਠੀਕ ਹੈ ਜੀ। ਕੁਝ ਸੀਟਸ ਮੁਸਲਿਮ ਲੀਗਸ ਨੂੰ ਦਿੱਤੀਆਂ ਜਾਂਦੀਆਂ, ਪ੍ਰਿੰਸਲੀ ਸਟੇਟਸ ਨੂੰ ਸੀਟਸ ਦਿੱਤੀਆਂ ਜਾਂਦੀਆਂ, ਜਿਸ ਦੇ ਨਾਲ ਇੱਕ ਕਨਸਟੀਟਿਊਟ ਅਸੈਂਬਲੀ ਚੁਣੀ ਜਾਂਦੀ ਹੈ ਜਿਸ ਦਾ ਪਹਿਲਾ ਸੈਸ਼ਨ 9 ਦਸੰਬਰ 1946 9 ਦਸੰਬਰ 1906 ਨੂੰ ਪਹਿਲੀ ਮੀਟਿੰਗ ਹੁੰਦੀ ਹੈ ਕਨਸਟੀਟਿਊਟ ਅਸੈਂਬਲੀ ਦੀ, ਜਿਸ ਦੇ ਵਿੱਚ ਇੱਕ ਨੋਮੀਨੇਟ ਪ੍ਰੈਜ਼ੀਡੈਂਟ ਬਣਾਏ ਜਾਂਦੇ ਨੇ, ਡਾਕਟਰ ਸਚਿਦਾਨੰਦ ਸਿਨਹਾ ਜੀ ਨੂੰ ਬਣਾਇਆ ਜਾਂਦਾ ਹੈ। ਦੂਸਰੀ ਮੀਟਿੰਗ ਹੁੰਦੀ ਹੈ 11 ਦਸੰਬਰ 1946 ਨੂੰ ਜਿਸ ਦੇ ਵਿੱਚ ਇਲੈਕਟਿਡ ਪ੍ਰੈਜ਼ੀਡੈਂਟ ਚੁਣੇ ਜਾਂਦੇ ਨੇ ਕਨਸਟੀਟਿਊਟ ਅਸੈਂਬਲੀ ਦੇ, ਡਾਕਟਰ ਰਜਿੰਦਰ ਪ੍ਰਸਾਦ, ਤੇ ਵਾਈਸ ਪ੍ਰੈਜ਼ੀਡੈਂਟ ਚੁਣੇ ਜਾਂਦੇ ਨੇ HC ਮੁਖਰਜੀ, ਤੇ ਸਾਡੇ ਜੋ ਐਡਵਾਈਜ਼ਰ ਨੇ MN ਰਾਓ ਚੁਣੇ ਜਾਂਦੇ ਨੇ। ਸੋ ਥਰਡ ਮੀਟਿੰਗ ਹੁੰਦੀ ਹੈ ਕਨਸਟੀਟਿਊਟ ਅਸੈਂਬਲੀ ਦੀ 13 ਦਸੰਬਰ 1946 ਦੇ ਵਿੱਚ, ਤੇ ਉਸ ਮੀਟਿੰਗ ਦੇ ਵਿੱਚ ਆਬਜੈਕਟਿਵ ਰੈਜ਼ੋਲੂਸ਼ਨ ਲੈ ਕੇ ਆਉਂਦੇ ਨੇ ਡਾਕਟਰ BR ਅੰਬੇਦਕਰ ਜੀ। ਸੋ ਇਹ ਜੋ ਇਲੈਕਸ਼ਨਸ ਹੁੰਦੀਆਂ ਇਸ ਦੇ ਨਾਲ ਕੀ ਹੁੰਦਾ ਉਹ ਕਨਸਟੀਟਿਊਟ ਅਸੈਂਬਲੀ ਦੇ ਮੈਂਬਰਸ ਨੂੰ ਚੁਣਿਆ ਜਾਂਦਾ ਹੈ। ਕਨਸੀਕੁਐਂਟਲੀ ਇਲੈਕਸ਼ਨਸ ਵਰ ਹੈਲਡ ਜੁਲਾਈ 1946 ਦੇ ਵਿੱਚ ਇਲੈਕਸ਼ਨਸ ਹੁੰਦੀਆਂ ਨੇ ਟੂ ਫਾਰਮ ਅ ਕਨਸਟੀਟਿਊਟ ਅਸੈਂਬਲੀ ਬਣਾਉਣ ਦੇ ਲਈ, ਜਿਸ ਦੇ ਵਿੱਚ ਕਾਂਗਰਸ ਨੇ 205 ਸੀਟਸ ਨੂੰ ਜਿੱਤਿਆ ਸੀ 214 ਸੀਟਾਂ ਦੇ ਵਿੱਚੋਂ। ਜਰਨਲ ਸੀਟਸ ਸੀ ਜੋ ਮੁਸਲਿਮ ਲੀਗ ਨੂੰ 73 ਸੀਟਸ ਮਿਲੀਆਂ ਸੀ ਆਊਟ ਆਫ 78 ਮੁਸਲਿਮ ਸੀਟਸ ਦੇ ਵਿੱਚੋਂ। ਐਂਡ ਇੰਟਰਿਮ ਗਵਰਨਮੈਂਟ ਵਾਸ ਫਾਰਮਡ ਅੰਡਰ ਦ ਲੀਡਰਸ਼ਿਪ ਆਫ ਜਵਾਹਰ ਲਾਲ ਨਹਿਰੂ। ਤੇ ਇਹ ਡਿਸਾਈਡ ਕੀਤਾ ਗਿਆ ਸੀ ਕਿ ਜਿਹੜੀ ਇੰਟਰਿਮ ਗਵਰਨਮੈਂਟ ਟਿਲ ਆਜ਼ਾਦੀ ਤੱਕ ਜਿਹੜੀ ਗਵਰਨਮੈਂਟ ਬੈਠੇਗੀ ਆਫਿਸ ਦੇ ਵਿੱਚ ਉਹ ਕਿਸ ਦੇ ਅੰਡਰ ਹੋਏਗੀ, ਜਵਾਹਰ ਲਾਲ ਨਹਿਰੂ ਜੀ ਦੇ ਅੰਡਰ। ਔਨ ਸੈਪਟੰਬਰ 1946 which was later joined the membership of Muslim League too। ਕਹਿੰਦੇ ਬਾਅਦ ਦੇ ਵਿੱਚ ਇਸ ਨੂੰ ਮੁਸਲਿਮ ਲੀਗ ਨੇ ਵੀ ਜੁਆਇਨ ਕੀਤਾ ਸੀ। ਐਗਜ਼ਾਮੀਨਰ ਇਹ ਵੀ ਕੁਐਸਚਨ ਪੁੱਛਦਾ ਹੈ ਕਿ ਕਿਹੜੇ ਦੋ ਪ੍ਰੋਮੀਨੈਂਟ ਲੀਡਰ ਸਨ ਜਿਨ੍ਹਾਂ ਨੇ ਕਨਸਟੀਟਿਊਟ ਅਸੈਂਬਲੀ ਦੇ ਵਿੱਚ ਹਿੱਸਾ ਨਹੀਂ ਸੀ ਲਿਆ। ਉਹ ਕੌਣ ਸਨ? ਇੱਕ ਤਾਂ ਮਹਾਤਮਾ ਗਾਂਧੀ ਤੇ ਇੱਕ ਮੁਹੰਮਦ ਅਲੀ ਜਿਨਾ। ਸੋ ਮੁਹੰਮਦ ਅਲੀ ਜਿਨਾ ਐਂਡ ਮਹਾਤਮਾ ਗਾਂਧੀ were not the member of constitute assembly। ਉਹ ਦੋਨੋਂ ਦੇ ਦੋਨੋਂ ਹੀ ਕਨਸਟੀਟਿਊਟ ਅਸੈਂਬਲੀ ਦੇ ਮੈਂਬਰ ਨਹੀਂ ਸਨ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਆਉਂਦਾ ਹੈ ਮਾਊਂਟ ਬੈਟਨ ਪਲਾਨ। ਹੁਣ ਇਹ ਮਾਊਂਟ ਬੈਟਨ ਪਲਾਨ ਕੀ ਸੀ? ਪਹਿਲਾ ਕੈਬਨਿਟ ਮਿਸ਼ਨ ਪਲਾਨ 1946 ਦੇ ਵਿੱਚ ਇੰਡੀਆ ਦੇ ਵਿੱਚ ਭੇਜਿਆ ਜਾਂਦਾ ਹੈ ਕਿ ਇਹ ਇੱਕ ਪਾਵਰਸ ਨੂੰ ਹੈਂਡਓਵਰ ਕਰੇ ਤੇ ਇੱਕ ਕਨਸਟੀਟਿਊਟ ਅਸੈਂਬਲੀ ਬਣਾ ਕੇ ਜੋ ਵਾਪਸ ਹੋ ਜਾਂਦਾ ਹੈ। ਤਾਂ ਉਸ ਤੋਂ ਬਾਅਦ ਆਉਂਦਾ ਮਾਊਂਟ ਬੈਟਨ ਪਲਾਨ ਇੰਡੀਆ ਦੇ ਵਿੱਚ। ਮਾਊਂਟ ਬੈਟਨ ਜੋ ਗਵਰਨਰ ਸੀ ਉਹ ਇੰਡੀਆ ਦੇ ਵਿੱਚ ਭੇਜਿਆ ਜਾਂਦਾ ਹੈ ਕਲਾਈਮੇਟ ਐਟਲੀ ਦੇ ਵੱਲੋਂ ਕਿ ਤੂੰ ਇੰਡੀਆ ਦੇ ਵਿੱਚ ਜਾ ਕੇ ਉਹਨਾਂ ਦੀ ਪਾਵਰ ਹੈ ਜੋ ਉਸ ਨੂੰ ਟ੍ਰਾਂਸਫਰ ਕਰਿਆ ਐਜ਼ ਸੂਨ ਐਜ਼ ਪੋਸੀਬਲ ਟਿਲ 1948 ਤੱਕ।
ਚਲੋ ਮਾਊਂਟਬੈਟਨ ਆਉਂਦੇ ਨੇ, ਇਸ ਨੂੰ ਫੈਬਰਰੀ ਡੈਕਲੇਰੇਸ਼ਨ ਵੀ ਕਿਹਾ ਜਾਂਦਾ ਹੈ, ਜੋ ਕਲਾਈਮੇਟ ਐਟਲੀ ਨੇ ਕਹੀ ਸੀ ਕਿ ਮੈਂ ਮਾਊਂਟਬੈਟਨ ਪਲਾਨ ਨੂੰ ਇੰਡੀਆ ਦੇ ਵਿੱਚ ਭੇਜ ਰਿਹਾ। ਸੋ ਮਾਊਂਟਬੈਟਨ ਇੰਡੀਆ ਦੇ ਵਿੱਚ ਆਉਂਦੇ ਨੇ ਤੇ ਉਹ ਜ਼ਿਆਦਾ ਦੇਰੀ ਨਾ ਲੈਂਦੇ ਹੋਏ ਉਹ ਡਿਸਾਈਡ ਕਰਦੇ ਨੇ ਕਿ 15 ਅਗਸਤ 1947 ਨੂੰ ਦੇਸ਼ ਨੂੰ ਆਜ਼ਾਦ ਕਰ ਦੇਣਾ, ਦੇਸ਼ ਨੂੰ ਉਹਨਾਂ ਦੀ ਪਾਵਰ ਹੈਂਡ ਓਵਰ ਕਰ ਦੇਣੀ ਹੈ। ਸੋ 15 ਅਗਸਤ 1947 ਨੂੰ ਮਾਊਂਟਬੈਟਨ ਵੱਲੋਂ ਜੋ ਇੰਡੀਆ ਹੈ ਉਸ ਨੂੰ ਆਜ਼ਾਦੀ ਦੇ ਦਿੱਤੀ ਜਾਂਦੀ ਹੈ। ਸੋ ਕਹਿੰਦੇ 20th Feb 1947 ਪ੍ਰਾਈਮ ਮਿਨਿਸਟਰ ਐਟਲੀ ਅਨਾਉਂਸਡ ਇਨ ਹਾਊਸ of common definite attention to the British government to transfer power to the responsible Indian handed by date not later than June 1948। ਤਾਂ ਫੈਬਰਰੀ ਦੇ ਵਿੱਚ ਜਿਸ ਨੂੰ ਫੈਬਰਰੀ ਡੈਕਲੇਰੇਸ਼ਨ ਵੀ ਕਿਹਾ ਜਾਂਦਾ ਹੈ, ਫੈਬ ਡੈਕਲੇਰੇਸ਼ਨ ਕਿਹਾ ਜਾਂਦਾ ਹੈ, ਜੋ ਕਲਾਈਮੇਟ ਐਟਲੀ ਨੇ ਕੀਤੀ ਸੀ। ਉਹਨਾਂ ਨੇ ਕੀ ਕਿਹਾ ਸੀ ਕਿ ਐਸ ਸੂਨ ਐਸ ਪੋਸੀਬਲ, ਜਿੰਨੀ ਜਲਦੀ ਹੋ ਸਕਦਾ ਹੈ ਇੰਡੀਅਨਸ ਦੇ ਰਿਸਪੌਂਸੀਬਲ ਹੱਥਾਂ ਦੇ ਵਿੱਚ ਉਹਨਾਂ ਦੀ ਪਾਵਰ ਨੂੰ ਹੈਂਡ ਓਵਰ ਕਰੋ ਤੇ ਵਾਪਿਸ ਆਓ। ਜ਼ਿਆਦਾ ਤੋਂ ਜ਼ਿਆਦਾ ਤੁਸੀਂ 28 ਜੂਨ 1948 ਤੱਕ ਟਾਈਮ ਲੈ ਸਕਦੇ ਹੋ, ਉਸ ਤੋਂ ਜ਼ਿਆਦਾ ਨਹੀਂ। ਉਸ ਤੋਂ ਪਹਿਲਾਂ ਕੀ ਹੈ, ਇੰਡੀਅਨਸ ਨੂੰ ਉਹਨਾਂ ਦੀ ਜਿਹੜੀ ਆਜ਼ਾਦੀ ਹੈ, ਉਹਨਾਂ ਦੀ ਪਾਵਰ ਹੈ, ਉਹਨੂੰ ਵਾਪਿਸ ਕਰਕੇ ਆਓ। ਟੂ ਅਫੈਕਟ ਦਾ ਟ੍ਰਾਂਸਫਰ ਆਫ ਪਾਵਰ ਐਟਲੀ ਡਿਸਾਈਡਡ ਟੂ ਸੈਂਡ ਲਾਰਡ ਮਾਊਂਟਬੈਟਨ। ਕਹਿੰਦੇ ਉਹਨਾਂ ਨੇ ਉਹਦੇ ਲਈ ਕਿਹੜਾ ਬੰਦਾ ਡਿਸਾਈਡ ਕੀਤਾ ਸੀ, ਸਿਲੈਕਟ ਕੀਤਾ ਸੀ, ਜਿਸ ਨੂੰ ਇੰਡੀਆ ਦੇ ਵਿੱਚ ਭੇਜਿਆ ਗਿਆ ਸੀ ਪਾਵਰ ਦੇਣ ਦੇ ਲਈ, ਇੰਡੀਅਨਸ ਦੀ ਪਾਵਰ। ਵਾਇਸਰॉय ਸੀ, ਕੌਣ ਸੀ ਉਹ? ਲਾਰਡ ਮਾਊਂਟਬੈਟਨ। To India with the sufficient power, Mountbatten announced a date to transfer power 15 August 1947। ਤੇ ਮਾਊਂਟਬੈਟਨ ਜੋ ਵਾਇਸਰॉय ਸਨ ਇੰਡੀਆ ਦੇ ਵਿੱਚ ਆ ਕੇ ਇਹ ਚੀਜ਼ ਨੂੰ ਅਨਾਉਂਸ ਕਰਦੇ ਨੇ ਕਿ ਇੰਡੀਆ ਦੀ ਜਿਹੜੀ ਪਾਵਰ ਹੈ ਉਹਨਾਂ ਨੂੰ ਹੈਂਡ ਓਵਰ ਕਰ ਦਿੱਤੀ ਜਾਏਗੀ 15 ਅਗਸਤ 1947 ਨੂੰ। ਦੈਟ ਮੀਨਸ 15 ਅਗਸਤ 1947 ਨੂੰ ਇੰਡੀਆ ਨੂੰ ਆਜ਼ਾਦ ਕਰ ਦਿੱਤਾ ਜਾਏਗਾ। ਸੋ ਪ੍ਰੋਵੀਜ਼ਨਸ ਆਫ ਮਾਊਂਟਬੈਟਨ ਪਲਾਨ, ਕਹਿੰਦੇ ਹੁਣ ਇਹ ਜੋ ਮਾਊਂਟਬੈਟਨ ਪਲਾਨ ਆਇਆ ਸੀ ਉਸ ਦੀਆਂ ਪ੍ਰੋਵੀਜ਼ਨ ਕੀ ਸਨ? ਸਭ ਤੋਂ ਪਹਿਲਾਂ ਕਹਿੰਦੇ ਬ੍ਰਿਟਿਸ਼ ਇੰਡੀਆ ਵਾਸ ਟੂ ਬੀ ਪਾਰਟੀਸ਼ਨਡ ਇਨਟੂ ਟੂ ਡੋਮੇਨੀਅਨਸ, ਇੰਡੀਆ ਐਂਡ ਪਾਕਿਸਤਾਨ। ਕਹਿੰਦੇ ਜਿਹੜਾ ਪਹਿਲਾਂ ਬ੍ਰਿਟਿਸ਼ਰਸ ਦੇ ਅੰਡਰ ਇੰਡੀਆ ਚੱਲ ਰਿਹਾ ਸੀ, ਹੁਣ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਣਾ ਸੀ। ਇਹ ਮਾਊਂਟਬੈਟਨ ਦੀ ਪ੍ਰੋਵੀਜ਼ਨ ਸਨ, ਇੱਕ ਇੰਡੀਆ ਤੇ ਦੂਸਰਾ ਕਿਹੜਾ ਪਾਕਿਸਤਾਨ, ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਣਾ ਸੀ। The constitution framed by Constituent Assembly would not be applicable to Muslim majority। ਕਹਿੰਦੇ ਜਿਹੜੇ ਮੁਸਲਿਮ ਮੈਜੋਰਿਟੀ ਵਾਲੇ ਏਰੀਆ ਸਨ, ਜਿਵੇਂ ਨਾਰਥ ਵੈਸਟ ਫਰੰਟੀਅਰ ਹੋ ਗਏ, ਬੰਗਾਲ ਦਾ ਅੱਧਾ ਹਿੱਸਾ, ਸਾਡੇ ਪੰਜਾਬ ਦਾ ਅੱਧਾ ਹਿੱਸਾ, ਜਿੱਥੇ ਮੈਜੋਰਿਟੀ ਆਫ ਮੁਸਲਿਮਸ ਰਹਿੰਦੇ ਸਨ, ਉਹਨਾਂ ਦੇ ਉੱਤੇ ਜਿਹੜਾ ਕਨਸਟੀਟਿਊਟ ਅਸੈਂਬਲੀ ਵੱਲੋਂ ਬਣਾਇਆ ਸੰਵਿਧਾਨ ਹੈ ਉਹ ਲਾਗੂ ਨਹੀਂ ਸੀ ਹੋਣਾ। As per the plan, legislative assemblies of Bengal, Punjab met and voted for a partition। ਕਹਿੰਦੇ ਇਸ ਪਲਾਨ ਦੇ ਅਕੋਰਡਿੰਗ ਜੋ ਬੰਗਾਲ ਹੈ ਤੇ ਪੰਜਾਬ ਦੀਆਂ ਜਿਹੜੀਆਂ ਲੈਜਿਸਲੇਟਿਵ ਅਸੈਂਬਲੀਜ਼ ਨੇ ਉਹ ਮਿਲ ਕੇ ਕੀ ਕਰਨਗੀਆਂ? ਵੋਟ ਕਰਨਗੀਆਂ। According to it was decided to partition of these two provinces along religious lines। ਤਾਂ ਜੋ ਇਹਨਾਂ ਦੋਨੋਂ ਪ੍ਰੋਵਿੰਸਸ ਬੰਗਾਲ ਤੇ ਪੰਜਾਬ ਦੀ ਵੰਡ ਕੀਤੀ ਜਾਵੇ ਉਹਨਾਂ ਧਰਮ ਲਾਈਨ ਦੇ ਉੱਤੇ। The Legislative Assembly of Sindh would be decided whether to join the Indian Constitution Assembly or not। ਕਹਿੰਦੇ ਸਿੰਧ ਨੂੰ ਵੀ ਇੱਕ ਦੇ ਦਿੱਤੀ ਗਈ ਆਜ਼ਾਦੀ ਇਹ ਡਿਸਾਈਡ ਕਰਨ ਦੀ, ਤੁਸੀਂ ਡਿਸਾਈਡ ਕਰ ਲਓ ਕਿ ਤੁਸੀਂ ਪਾਕਿਸਤਾਨ 'ਚ ਜਾਣਾ ਕਿ ਇੰਡੀਆ ਦੇ ਵਿੱਚ। ਸੋ ਉਹਨਾਂ ਨੇ ਡਿਸਾਈਡ ਕੀਤਾ ਸੀ ਪਾਕਿਸਤਾਨ ਨੂੰ ਕਿ ਅਸੀਂ ਪਾਕਿਸਤਾਨ ਦੇ ਵਿੱਚ ਜਾਣਾ। A referendum was to be held on north west frontier। ਸੋ ਨਾਰਥ ਵੈਸਟ ਫਰੰਟੀਅਰ ਦੇ ਉੱਤੇ ਰੈਫਰੈਂਡਮ, ਉਹੀ ਵੋਟਿੰਗ ਵਾਲਾ ਸਿਸਟਮ ਲਾਗੂ ਕੀਤਾ ਗਿਆ। The date for transfer of power was to be 15 ਅਗਸਤ 1947। ਕਹਿੰਦੇ ਜਿਹੜੀ ਡੇਟ ਡਿਸਾਈਡ ਕੀਤੀ ਗਈ ਸੀ ਕਦੋਂ ਪਾਵਰ ਨੂੰ ਟ੍ਰਾਂਸਫਰ ਕਰਨਾ ਹੈ ਉਹ 15 ਅਗਸਤ 1947 ਡਿਸਾਈਡ ਕੀਤੀ ਗਈ ਸੀ। To fix the international boundaries between the two countries। ਕਹਿੰਦੇ ਦੋ ਕੰਟਰੀਜ਼ ਪਾਕਿਸਤਾਨ ਤੇ ਇੰਡੀਆ ਦੇ ਵਿਚਕਾਰ ਇੰਟਰਨੈਸ਼ਨਲ ਬਾਉਂਡਰੀਜ਼ ਨੂੰ ਫਿਕਸ ਕੀਤਾ ਗਿਆ। The boundary commission was established chaired by Sir Cyril Radcliffe। ਸੋ ਰੈਡਕਲਿਫ ਸੀ ਸਰ ਜਿਨ੍ਹਾਂ ਨੇ ਇਸ ਬਾਉਂਡਰੀ ਨੂੰ ਡਿਸਾਈਡ ਕੀਤਾ ਸੀ। ਸੋ ਐਕਚੁਅਲੀ ਉਹਨਾਂ ਕੋਲ ਇੰਨਾ ਟਾਈਮ ਹੈ ਨਹੀਂ ਸੀ। ਮਾਊਂਟਬੈਟਨ ਨੂੰ ਇਸ ਚੀਜ਼ ਦਾ ਆਈਡੀਆ ਸੀ ਕਿ ਅਗਰ ਲੋਕਾਂ ਨੂੰ ਇਸ ਚੀਜ਼ ਦੀ ਭਿਣਕ ਵੀ ਲੱਗ ਗਈ ਕਿ ਇਹਨਾਂ ਦੋਨਾਂ ਦੇਸ਼ਾਂ ਨੂੰ ਵੰਡਿਆ ਜਾ ਰਿਹਾ ਹੈ ਤਾਂ ਬਾਉਂਡਰੀ ਦੇ ਪਿੱਛੇ ਬਹੁਤ ਸਾਰੇ ਇਸ਼ੂਜ਼ ਦੰਗੇ ਹੋ ਜਾਣਗੇ। ਤਾਂ ਉਹਨਾਂ ਨੇ ਕੀ ਕੀਤਾ ਕਿ ਰਾਤੋਂ ਰਾਤ ਥੋੜੇ ਕਿ ਦਿਨਾਂ ਦੇ ਵਿੱਚ ਹੀ ਰੈਡਕਲਿਫ ਨੇ ਰੈਂਡਮਲੀ ਕੋਈ ਜੰਗੀ ਤਰੀਕੇ ਦੇ ਨਾਲ ਮੇਜ਼ਰਮੈਂਟ ਕਰਨ ਤੋਂ ਬਿਨਾਂ ਹੀ ਇੱਕ ਲਾਈਨ ਖਿੱਚਤੀ ਸੀ, ਬਾਉਂਡਰੀ ਬਣਾਤੀ ਸੀ, ਇੰਟਰਨੈਸ਼ਨਲ ਬਾਉਂਡਰੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ, ਜਿਸ ਦਾ ਨਾਮ ਰੱਖਿਆ ਗਿਆ ਰੈਡਕਲਿਫ ਲਾਈਨ।
The commission was to democrate Bengal and Punjab into two new countries. ਕਹਿੰਦੇ ਪੰਜਾਬ ਤੇ ਬੰਗਾਲ ਨੂੰ ਦੋ ਨਵੀਆਂ ਕੰਟਰੀਜ਼ ਦੇ ਵਿੱਚ ਵੰਡ ਦਿੱਤਾ ਗਿਆ ਸੀ. The princely states were given the choice to either remain independent or accede to India or Pakistan. ਕਹਿੰਦੇ ਪਹਿਲਾਂ ਪ੍ਰਿੰਸਲੀ ਸਟੇਟ ਨੂੰ ਆਜ਼ਾਦੀ ਦਿੱਤੀ ਗਈ ਡਿਸਾਈਡ ਕਰਨ ਦੀ ਕਿ ਤੁਸੀਂ ਡਿਸਾਈਡ ਕਰ ਸਕਦੇ ਹੋ ਜਾਂ ਤੁਸੀਂ ਇੰਡੀਪੈਂਡੈਂਟ ਰਹਿਣਾ ਜਾਂ ਫਿਰ ਤੁਸੀਂ ਪਾਕਿਸਤਾਨ ਦੇ ਨਾਲ ਰਹਿਣਾ ਜਾਂ ਫਿਰ ਇੰਡੀਆ ਦੇ. ਸੋ ਆਪਣੇ ਸਰਦਾਰ ਵੱਲਭ ਭਾਈ ਪਟੇਲ ਜੀ ਜਿਨ੍ਹਾਂ ਨੂੰ ਬਿਸਮਾਰਕ ਆਫ ਇੰਡੀਆ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਕੀ ਕੀਤਾ ਸੀ ਪ੍ਰਿੰਸਲੀ ਸਟੇਟਸ ਨੂੰ ਕਨਵਿੰਸ ਕਰਕੇ ਇੰਡੀਆ ਦੇ ਨਾਲ ਜੁਆਇਨ ਕਰਵਾਇਆ ਸੀ. ਦ ਬ੍ਰਿਟਿਸ਼ ਸਜੋਰਿਟੀ ਓਵਰ ਥੀਸ ਕਿੰਗਡਮਸ ਵਾਸ ਟੂ ਬੀ ਟਰਮੀਨੇਟਡ. ਸੋ ਦ ਬ੍ਰਿਟਿਸ਼ ਮੋਨਾਰਕ would no longer use the title of empire of India. ਕਹਿੰਦੇ ਜਦੋਂ ਇੰਡੀਆ ਨੂੰ ਆਜ਼ਾਦੀ ਦੇ ਦੇਣੀ ਸੀ ਉਸ ਤੋਂ ਬਾਅਦ ਬ੍ਰਿਟਿਸ਼ਰਸ ਇਹ ਨਹੀਂ ਸੀ ਕਹਿ ਸਕਦੇ ਕਿ ਅਸੀਂ ਇੰਡੀਆ ਦੇ ਉੱਤੇ empire ਇੰਡੀਆ ਸਾਡਾ empire ਹੈ. After the dominions were created, the British Parliament could not enact any law in the territories of new dominion. ਕਹਿੰਦੇ ਇਸ ਤੋਂ ਬਾਅਦ ਬ੍ਰਿਟਿਸ਼ਰਸ ਦਾ ਕੋਈ law ਵਗੈਰਾ ਇੰਡੀਆ ਦੇ ਵਿੱਚ ਨਹੀਂ ਚੱਲ ਸਕਦਾ ਸੀ. Until the time the new constitution came into existence, the Governor General would assign any law passed by Constituent Assembly. ਕਹਿੰਦੇ ਜਿੰਨਾ ਟਾਈਮ ਨਵਾਂ ਕਨਸਟੀਟਿਊਸ਼ਨ ਲਾਗੂ ਨਹੀਂ ਸੀ ਕੀਤਾ ਜਾਂਦਾ ਉਹਨਾਂ ਟਾਈਮ ਜਿਹੜੇ ਵੀ ਲਾਅ ਸੀ ਉਹ ਗਵਰਨਰ ਜਨਰਲ ਦੇ ਦੁਆਰਾ ਹੀ ਬਣਾਏ ਜਾਣੇ ਸੀ ਜਾਂ ਲਾਗੂ ਕੀਤੇ ਜਾਣੇ ਸੀ. ਸੋ ਸਾਡੀ ਇੰਡੀਆ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ ਆਜ਼ਾਦੀ ਤੋਂ ਬਾਅਦ? ਉਹ ਬਣੇ ਸੀ ਮਾਊਂਟਬੈਟਨ. ਠੀਕ ਹੈ, ਲਾਰਡ ਮਾਊਂਟਬੈਟਨ ਵਾਜ਼ ਅ ਫਸਟ ਗਵਰਨਰ ਜਨਰਲ ਆਫ ਇੰਡੀਆ ਆਫਟਰ ਇੰਡੀਪੈਂਡੈਂਸ. ਤੇ ਪਹਿਲੇ ਇੰਡੀਅਨ CR ਗੋਪਾਲਨਚਾਰੀ ਬਣੇ ਸਨ. ਸੋ ਇੰਡੀਅਨ ਇੰਡੀਪੈਂਡੈਂਸ ਐਕਟ 1947. ਸੋ ਮਾਊਂਟਬੈਟਨ ਪਲਾਨ ਜਾਂ ਫਿਰ ਮਾਊਂਟਬੈਟਨ ਪਲਾਨ ਨੂੰ ਹੀ ਇੰਡੀਅਨ ਇੰਡੀਪੈਂਡੈਂਸ ਐਕਟ 1947 ਕਹਿ ਦਿੱਤਾ ਜਾਂਦਾ ਹੈ. The British government accorded formed approval to Mountbatten Plan by enacting the Indian Independence Act 18 July 1947. The silent feature of this act was ਕਹਿੰਦੇ ਮਾਊਂਟਬੈਟਨ ਨੇ ਇੱਕ ਰਫਲੀ ਜਿਹਾ ਆਈਡੀਆ ਬਣਾ ਕੇ ਭੇਜਤਾ ਸੀ ਬ੍ਰਿਟਿਸ਼ ਦੇ ਵਿੱਚ ਕਿ ਆਪਾਂ ਕੀ ਆਜ਼ਾਦੀ ਦੇ ਰਹੇ ਇਸ ਬੇਸਿਸ ਦੇ ਉੱਤੇ ਆਪਣੇ ਇੰਡੀਅਨਸ ਨੂੰ. ਸੋ ਉਧਰੋਂ ਅਪਰੂਵਲ ਆ ਗਈ ਸੀ ਤੇ ਇੰਡੀਆ ਨੂੰ ਆਜ਼ਾਦੀ ਦੇ ਕੇ ਦਿੱਤੀ ਗਈ ਸੀ 15 ਅਗਸਤ 1947 ਨੂੰ. ਸੋ ਮੇਜਰ ਫੀਚਰਸ ਆਫ ਐਕਟ. ਸੋ ਆਪਾਂ ਦੇਖਾਂਗੇ ਕਿ ਜੋ ਇੰਡੀਅਨ ਇੰਡੀਪੈਂਡੈਂਸ ਐਕਟ ਆਇਆ ਸੀ ਉਸਦੇ ਕੁਝ ਮੇਜਰ ਫੀਚਰਸ ਰੱਖੇ ਗਏ ਸੀ ਜੋ ਬ੍ਰਿਟਿਸ਼ ਸਰਕਾਰ ਨੂੰ ਭੇਜਿਆ ਗਿਆ ਸੀ ਮਾਊਂਟਬੈਟਨ ਦੇ ਦੁਆਰਾ ਕਿ ਦੇਸ਼ ਨੂੰ ਆਜ਼ਾਦੀ ਦਿੱਤੀ ਜਾ ਰਹੀ ਹੈ ਕਿਹਨਾਂ ਬੇਸਿਸ ਦੇ ਉੱਤੇ. ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜੋ ਅਸੀਂ ਦੇਸ਼ ਆਜ਼ਾਦ ਕਰਨ ਜਾ ਰਹੇ ਹਾਂ ਉਹਦੇ ਦੋ ਦੇਸ਼ ਬਣ ਜਾਣਗੇ, ਟੂ ਡੋਮੇਨੀਅਨਸ ਬਣਨਗੇ, ਇੱਕ ਇੰਡੀਆ ਤੇ ਇੱਕ ਪਾਕਿਸਤਾਨ. ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਡੇਟ ਡਿਸਾਈਡ ਕੀਤੀ ਸੀ ਕਿ ਇੰਡੀਆ ਨੂੰ ਆਜ਼ਾਦੀ ਕਦੋਂ ਦੇਣੀ ਹੈ, 15 ਅਗਸਤ 1947 ਦਾ ਉਹ ਦਿਨ ਸੀ ਜੋ ਕੀ ਕੀਤਾ ਗਿਆ ਸੀ, ਡਿਸਾਈਡ ਕੀਤਾ ਗਿਆ ਸੀ. ਇਸ ਤੋਂ ਇਲਾਵਾ ਕਹਿੰਦੇ ਦ ਟੈਰੀਟਰੀਜ਼ ਦੈਟ ਵਰ ਮੇਡ ਐਸ ਰਿਜ਼ਲਟ ਆਫ ਦ ਐਕਟ ਵਰ ਇਹ ਵਾਲੀਆਂ ਟੈਰੀਟਰੀਜ਼ ਸੀ ਜਿਨ੍ਹਾਂ ਨੂੰ ਬਣਾਉਣ ਦੇ ਲਈ ਡਿਸਾਈਡ ਕੀਤਾ ਗਿਆ ਸੀ. ਇਸ ਤੋਂ ਇਲਾਵਾ ਬੰਗਾਲ ਤੇ ਪੰਜਾਬ ਨੂੰ ਦੋਨਾਂ ਨੂੰ ਵੰਡ ਕੇ ਦੋਨਾਂ ਨੂੰ ਡਿਵਾਈਡ ਕਰਕੇ ਦੋ ਨੇਸ਼ਨਸ ਬਣਾ ਦਿੱਤੇ ਗਏ ਸਨ. The provinces of Punjab under Government of India Act 1935 did not exist. ठीक है, ਹੁਣ 1935 ਦੇ ਅੰਡਰ ਐਗਜ਼ਿਸਟ ਨਹੀਂ ਸੀ ਕਰ ਰਿਹਾ. ਇਸ ਤੋਂ ਇਲਾਵਾ the boundaries of new provinces were to be determined whether before or after the appointmented date. The award of boundary commission to be appointed by the Governor General. The Governor General of the new dominions. ਦੇਖੋ ਦੋਨੋਂ ਹੀ ਡੋਮੀਨੀਅਨਸ ਬਣਾਈਆਂ ਗਈਆਂ, ਇੱਕ ਇੰਡੀਆ ਤੇ ਪਾਕਿਸਤਾਨ, ਤੇ ਉਸ ਤੋਂ ਬਾਅਦ ਜਿੰਨਾ ਟਾਈਮ ਕਨਸਟੀਟਿਊਸ਼ਨ ਲਾਗੂ ਨਹੀਂ ਸੀ ਕੀਤਾ ਜਾਣਾ ਉਹਨਾਂ ਟਾਈਮ ਜਿਹੜੇ ਮੇਨ ਡਿਸੀਜਨ ਸੀ ਉਹ ਗਵਰਨਰ ਜਨਰਲ ਦੇ ਦੁਆਰਾ ਲਏ ਜਾਣੇ ਸੀ. ਸੋ ਦੋਨਾਂ ਹੀ ਡੋਮੀਨੀਅਨਸ ਦੇ ਆਪਣੇ ਆਪਣੇ ਇੱਕ ਕੀ ਬਣਾਏ ਜਾਣੇ ਸੀ, ਗਵਰਨਰ ਜਨਰਲਸ ਬਣਾਏ ਜਾਣੇ ਸੀ. ਸੋ after the act, Lord Mountbatten was asked by the Indian leaders to continue as the Governor General. ਕਹਿੰਦੇ ਜਦੋਂ ਇਹ ਐਕਟ ਬੋਲ ਦਿੱਤਾ ਗਿਆ, ਡਿਕਲੇਅਰ ਕਰ ਦਿੱਤਾ ਗਿਆ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ, 16 ਅਗਸਤ 1947 ਨੂੰ ਪਾਕਿਸਤਾਨ ਬਣਿਆ. ਸੋ ਉਸ ਤੋਂ ਬਾਅਦ ਹਰ ਇੱਕ ਦੋਨੋਂ ਡੋਮੇਨੀਅਨਸ ਦੇ ਆਪਣੇ ਆਪਣੇ ਗਵਰਨਰ ਜਨਰਲ ਹੋਣੇ ਸਨ. ਸੋ ਇੰਡੀਅਨ ਲੀਡਰਸ ਨੇ ਇਨਸਿਸਟ ਕੀਤਾ ਮਾਊਂਟਬੈਟਨ ਨੂੰ ਇੰਡੀਆ ਦਾ ਹੀ ਗਵਰਨਰ ਜਨਰਲ ਬਣਨ ਦੇ ਲਈ. ਸੋ ਇੰਡੀਆ ਆਫਟਰ ਇੰਡੀਪੈਂਡੈਂਸ ਇੰਡੀਆ ਦੇ ਪਹਿਲੇ ਗਵਰਨਰ ਜਨਰਲ ਬਣੇ ਲਾਰਡ ਮਾਊਂਟਬੈਟਨ ਐਂਡ ਉਧਰ ਪਾਕਿਸਤਾਨ ਦੇ ਬਣੇ ਸਨ ਮੁਹੰਮਦ ਅਲੀ ਜਿਨਾ, ਤੇ ਸਾਡੇ ਪ੍ਰਾਈਮ ਮਿਨਿਸਟਰ ਬਣੇ ਜਵਾਹਰ ਲਾਲ ਨਹਿਰੂ ਤੇ ਉਧਰ ਲਿਆਕਤ ਅਲੀ ਖਾਨ ਬਣੇ ਸਨ. ਫਿਰ ਆਫਟਰ ਇੰਡੀਪੈਂਡੈਂਸ ਪਹਿਲੀਆਂ ਜਨਰਲ ਇਲੈਕਸ਼ਨਸ ਕਦੋਂ ਹੋਈਆਂ ਸੀ? 15 ਅਗਸਤ 1947 ਨੂੰ ਹੋਈਆਂ ਸੀ. ਸਾਡੇ ਹੋਮ ਮਿਨਿਸਟਰਸ ਬਣੇ ਸਨ ਵੱਲਭ ਭਾਈ ਪਟੇਲ ਜੀ.
ठीक है जी। सो वल्लभ भाई पटेल ਨੂੰ ਬਿਸਮਾਰਕ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਰੀਜ਼ਨ ਕੀ ਸੀ? ਕਿਉਂਕਿ ਉਹਨਾਂ ਨੇ ਪ੍ਰਿੰਸਲੀ ਸਟੇਟਸ ਨੂੰ ਇੰਡੀਆ ਨਾਲ ਜੋੜਿਆ ਸੀ। ਸੋ ਇਸ ਦੇ ਨਾਲ ਹੀ ਸਾਡੇ ਦੇਸ਼ ਨੂੰ ਮਿਲ ਜਾਂਦੀ ਹੈ ਆਜ਼ਾਦੀ ਤੇ ਸਾਡੀ ਮਾਡਰਨ ਹਿਸਟਰੀ ਹੋ ਜਾਂਦੀ ਹੈ ਕੰਪਲੀਟ। ਸੋ ਪੂਰੀ ਮਾਡਰਨ ਹਿਸਟਰੀ ਸੀਰੀਜ਼ ਨੂੰ ਦੇਖ ਕੇ ਤੁਸੀਂ ਆਪਣੀ ਮਾਡਰਨ ਹਿਸਟਰੀ ਪ੍ਰਪੇਅਰ ਕਰ ਸਕਦੇ ਹੋ ਐਗਜ਼ਾਮਸ ਦੇ ਲਈ। ਥੈਂਕ ਯੂ ਸੋ ਮਚ।